ਇਸ ਵਾਰ ਗਦਰੀ ਬਾਬਿਆਂ ਦੇ ਮੇਲੇ 'ਤੇ ਜਲੰਧਰ ਜਗਵਿੰਦਰ ਜੋਧਾ ਅਤੇ ਉਸ ਦੀ ਕਿਤਾਬ ਮੈਂ ਅਮੈਂ ਦੋਨੋਂ ਮਿਲੇ। ਜਗਵਿੰਦਰ ਜੋਧਾ ਬਿਨਾਂ ਸ਼ੱਕ ਸਾਡਾ ਇੱਕ ਸਮਰੱਥ ਗਜ਼ਲਕਾਰ ਆ, ਜਿਹੜਾ ਲਗਭਗ 3 ਦਹਾਕਿਆਂ ਤੋਂ ਗਜ਼ਲ ਦੇ ਖੇਤਰ ਵਿੱਚ ਸਰਗਰਮ ਆ। ਪਰ ਉਸ ਦੀ ਕਿਤਾਬ ਛਪੀ ਨੂੰ ਵੀ, ਪਹਿਲੀ ਕਿਤਾਬ ਛਪੀ ਨੂੰ ਵੀ 20 ਸਾਲ ਹੋ ਗਏ ਆ। ਉਹਦੀ ਪਹਿਲੀ ਕਿਤਾਬ ਨੇ ਹੀ ਇਹ ਚਰਚਾ ਛੇੜ ਦਿੱਤੀ ਸੀ ਕਿ ਉਹ ਸਮਰੱਥ ਗਜ਼ਲਕਾਰ ਆ। ਮੀਲ ਪੱਥਰ 'ਤੇ ਮੁਸਾਫਰ ਨੇ। ਮੀਲ ਪੱਥਰ 'ਤੇ ਮੁਸਾਫਰ ਤੋਂ ਬਾਅਦ ਸਾਰੰਗੀ, ਬੇਤਰਤੀਬੀਆਂ ਨੇ ਹੋਰ ਅੱਗੇ ਵਧਾਇਆ ਹੈ। ਪਰ ਜਗਵਿੰਦਰ ਜੋਧਾ ਕੇਵਲ ਗਜ਼ਲ ਲੇਖਕ ਹੀ ਨਹੀਂ ਹੈ, ਗਜ਼ਲ ਗੋ ਹੀ ਨਹੀਂ ਆ। ਉਹ ਗਜ਼ਲ ਲਿਖਣ ਤੋਂ ਇਲਾਵਾ ਬਹੁਤ ਵਧੀਆ ਗਜ਼ਲ ਦਾ ਆਲੋਚਕ ਵੀ ਆ, ਅਤੇ ਗਜ਼ਲ ਦੇ ਆਲੋਚਕ ਹੋਣ ਤੋਂ ਇਲਾਵਾ ਪੰਜਾਬੀ ਸੂਫੀ ਕਾਵਿ ਵੀ ਉਸ ਦੇ ਅਧਿਐਨ ਦਾ ਖੇਤਰ ਆ। ਅਤੇ ਇਸ ਦੇ ਨਾਲ ਦੀ ਨਾਲ ਹੀ ਉਹ ਲਗਾਤਾਰ ਆਲੋਚਨਾ ਨਾਲ ਜੁੜਿਆ ਹੋਇਆ ਪੀਲੂ ਪੁੱਛੇ ਸ਼ਾਇਰ ਨੂੰ। ਉਸ ਦੀ ਕਿਤਾਬ ਆਲੋਚਨਾ ਦੀ ਇੱਕ ਹੋਰ ਵੀ ਆ ਚੁੱਕੀ ਹੈਗੀ ਆ। ਇਸ ਤੋਂ ਇਲਾਵਾ ਉਹ ਅਨੁਵਾਦ ਦਾ ਕੰਮ ਵੀ ਕਰਦਾ ਰਹਿੰਦਾ ਹੈ। ਅਨੁਵਾਦ ਤੋਂ ਇਲਾਵਾ ਸੰਪਾਦਨ ਦਾ ਕੰਮ ਵੀ ਕਰਦਾ ਰਹਿੰਦਾ। ਪਰ ਅੱਜ ਆਪਾਂ ਜਿਹੜੀ ਗੱਲ ਕਰਨੀ ਆ ਉਸ ਦੇ ਨਵੇਂ ਗਜ਼ਲ ਸੰਗ੍ਰਹਿ ਮੈਂ ਅਮੈਂ 'ਤੇ ਕਰਨੀ ਆ। 2-3 ਗੱਲਾਂ ਇਸ ਗਜ਼ਲ ਸੰਗ੍ਰਹਿ ਦੀਆਂ ਬੜੀਆਂ ਮਹੱਤਵਪੂਰਨ ਆ, ਇਸ ਕਿਤਾਬ ਦੀਆਂ ਬੜੀਆਂ ਮਹੱਤਵਪੂਰਨ ਆ। ਪਹਿਲੀ ਜਿਹੜੀ ਗੱਲ ਮਹੱਤਵਪੂਰਨ ਆ ਉਸ ਦੇ ਬਾਰੇ ਮੈਂ ਬਹੁਤਾ ਕੁਝ ਨਹੀਂ ਕਹਿਣਾ। ਆਪਾਂ ਸਾਰੇ ਹੀ ਜਾਣਦੇ ਹਾਂ ਕਿ ਇੱਕ ਗਜ਼ਲ ਮੁਸਲਸਲ ਗਜ਼ਲ ਹੁੰਦੀ ਅਤੇ ਇੱਕ ਗੈਰ ਮੁਸਲਸਲ ਗਜ਼ਲ ਹੁੰਦੀ ਹੈ। ਅਤੇ ਮੁਸਲਸਲ ਗਜ਼ਲ ਦੇ ਵਿੱਚ ਇੱਕੋ ਵਿਸ਼ੇ ਨੂੰ ਲਗਾਤਾਰ ਦੁਹਰਾਇਆ ਜਾਂਦਾ ਹੈਗਾ। ਇੱਕੋ ਵਿਸ਼ਾ ਹੀ ਰੂਪ ਬਦਲ ਕੇ ਆਉਂਦਾ ਹੈਗਾ। ਉਹਦੇ ਵਿੱਚ ਵਿਸ਼ੇ ਦੀ ਲਗਾਤਾਰਤਾ ਬਣੀ ਰਹਿੰਦੀ ਹੁੰਦੀ ਹੈ। ਜਦੋਂ ਕਿ ਗੈਰ ਮੁਸਲਸਲ ਗਜ਼ਲ ਦੇ ਵਿੱਚ ਕਾਫੀਆ, ਰਦੀਫ ਅਤੇ ਬਹਿਰ ਤਾਂ ਇੱਕ ਰਹਿੰਦੀ ਆ, ਪਰ ਜ਼ਰੂਰੀ ਨਹੀਂ ਕਿ ਇੱਕ ਸ਼ੇਅਰ ਦੇ ਖਿਆਲ ਵਿਸ਼ੇ ਦਾ ਦੂਸਰੇ ਸ਼ੇਅਰ ਦੇ ਨਾਲ ਜ਼ਰੂਰੀ ਤੌਰ 'ਤੇ ਤਾਲੁਕ ਹੋਵੇ। ਹੋ ਵੀ ਸਕਦਾ ਕਿ 2 ਸ਼ੇਅਰਾਂ ਦਾ ਤਾਲੁਕ ਹੋ ਜੇ, ਪਰ ਜੇ ਸਾਰੀ ਗਜ਼ਲ ਇੱਕੋ ਵਿਸ਼ੇ ਦੁਆਲੇ ਘੁੰਮਦੀ ਆ, ਜਾਂ ਕਿਹਾ ਜਾ ਸਕਦਾ ਹੈਗਾ ਕਿ ਸਾਰੀ ਗਜ਼ਲ ਵਿੱਚ ਇੱਕੋ ਖਿਆਲ ਤਾਰੀ ਹੈ, ਇੱਕੋ ਖਿਆਲ ਭਾਰੀ ਹੈ, ਤਾਂ ਅਸੀਂ ਉਸ ਨੂੰ ਕਹਿੰਦੇ ਹਾਂ ਕਿ ਮੁਸਲਸਲ ਗਜ਼ਲ। ਤਾਂ ਬਿਨਾਂ ਸ਼ੱਕ ਇਹ ਜਿਹੜੀ ਉਸ ਦੀ ਨਵੀਂ ਕਿਤਾਬ ਆ, ਇਹ ਮੁਸਲਸਲ ਲਗਾਤਾਰਤਾ ਵਾਲੀ ਗਜ਼ਲ ਦੇ ਕੋਟੀ ਦੇ ਵਿੱਚ ਆਉਂਦੀ ਆ। ਪਰ ਇਹ ਤਾਂ ਕੋਈ ਬਹੁਤੀ ਖਾਸ ਗੱਲ ਨਹੀਂ ਆ। ਖਾਸ ਗੱਲ ਆ ਕਿ ਜਿਹੜਾ ਇਸ ਦਾ ਚੁਣਿਆ ਹੋਇਆ ਵਿਸ਼ਾ ਹੈ, ਅਤੇ ਵਿਸ਼ਾ ਵੀ ਕਿਹਾ ਜਾ ਸਕਦਾ ਹੈ ਕਿ ਇਨਸਾਨੀ ਜਿਹੜੇ ਰਿਸ਼ਤੇ ਨੇ ਉਹਨਾਂ ਦੀ ਪ੍ਰਕਰਮਾ ਕਰਦਾ ਹੈ। ਅਤੇ ਉਸ ਵਿੱਚ ਕਿਹੜੇ ਰਿਸ਼ਤੇ ਨੇ? ਸਭ ਤੋਂ ਮਹੱਤਵਪੂਰਨ ਰਿਸ਼ਤਾ ਪਿਓ ਨਾਲ ਬਾਪੂ, ਮਾਂ ਨਾਲ ਅੰਮੀ, ਘਰ ਵਾਲੀ ਨਾਲ ਬੀਵੀ, ਪ੍ਰੇਮਕਾ ਨਾਲ ਖੁਸ਼ਬੂ, ਅਤੇ ਆਪਣੇ ਆਪ ਨਾਲ। ਅਤੇ ਇਹ ਸਾਰੇ ਜੁੜਦੇ ਕਿੱਥੇ ਆ? ਇਹ ਜੁੜਦੇ ਆ ਘਰ ਨਾਲ। ਤਾਂ ਇਸ ਕਿਤਾਬ ਦੀਆਂ ਉਸ ਨੇ ਕਿਹਾ ਜਾ ਸਕਦਾ ਕਿ ਅੱਗੋਂ 6 ਪਰਤਾਂ ਬਣਾਈਆਂ, ਜਾਂ 6 ਗਜ਼ਲਾਂ ਨੇ, ਜਾਂ 6 ਭਾਗ ਬਣਾਏ। ਇੱਕ ਘਰ ਨਾਲ ਸੰਬੰਧਿਤ ਆ, ਦੂਜਾ ਬਾਪੂ ਨਾਲ ਸੰਬੰਧਿਤ ਆ, ਤੀਜਾ ਅੰਮੀ ਨਾਲ ਸੰਬੰਧਿਤ ਆ, ਚੌਥਾ ਬੀਵੀ ਨਾਲ ਸੰਬੰਧਿਤ ਆ, ਪੰਜਵਾਂ ਖੁਸ਼ਬੂ ਨਾਲ ਸੰਬੰਧਿਤ ਆ। ਖੁਸ਼ਬੂ ਕੌਣ? ਪ੍ਰੇਮਿਕਾ। ਖੁਸ਼ਬੂ ਕੌਣ? ਆਪ ਵਿਆਹਿਆ ਰਿਸ਼ਤਾ। ਖੁਸ਼ਬੂ ਕੌਣ? ਜੋ ਸਮਾਜ ਦੀ ਨਜ਼ਰ ਵਿੱਚ ਹੋ ਸਕਦਾ ਨਜਾਇਜ਼ ਹੋਵੇ, ਪਰ ਪ੍ਰੇਮੀਆਂ ਦੀ ਅਤੇ ਪ੍ਰੇਮਿਕਾ ਦੀ ਨਜ਼ਰ ਵਿੱਚ ਉਹ ਜਾਇਜ਼ ਹੁੰਦੇ। ਔਰ ਇਸ ਤੋਂ ਇਲਾਵਾ ਆਪਣੇ ਆਪ ਨਾਲ ਸੰਵਾਦ। ਇਹ ਵੀ ਕੋਈ ਗੱਲ ਨਹੀਂ, ਜਿੰਨੀ ਗਜ਼ਲ ਹੁੰਦੀ ਆ, ਜਾਂ ਕਹਿ ਲਓ ਕਿ ਸਾਰੀ ਕਵਿਤਾ ਹੀ ਇਹਨਾਂ ਹੀ ਵਿਸ਼ਿਆਂ ਦੁਆਲੇ ਘੁੰਮਦੀ ਆ। ਅਤੇ ਫਿਰ ਜਗਵਿੰਦਰ ਜੋਧੇ ਕੋਲੋਂ ਖਾਸ ਕੀ ਹੈ ਕਿ ਜੋ ਇਸ ਕਿਤਾਬ ਨੂੰ ਵਿਲੱਖਣ ਬਣਾਉਂਦਾ ਹੈ? ਉਹ ਵਿਲੱਖਣ ਬਣਾਉਂਦਾ ਹੈ ਇਹਨਾਂ ਰਿਸ਼ਤਿਆਂ ਦੇ ਪ੍ਰਤੀ ਉਸ ਦਾ ਨਜ਼ਰੀਆ। ਇਸ ਕਿਤਾਬ ਦੇ ਪਿੱਛੇ ਇਸ ਤਰ੍ਹਾਂ ਤਾਂ ਨਹੀਂ ਕਿ ਕੋਈ ਸਿਧਾਂਤ ਉਹਨੇ ਪਹਿਲਾਂ ਬਣਾਇਆ ਅਤੇ ਫਿਰ ਗਜ਼ਲਾਂ ਲਿਖੀਆਂ, ਪਰ ਜੋ ਕੁਝ ਉਸਨੇ ਪੜ੍ਹਿਆ, ਸੁਣਿਆ, ਜੋ ਸਮਾਜ ਵਿੱਚ ਵਿਚਰਦਿਆਂ ਉਸਨੇ ਮਹਿਸੂਸਿਆ ਉਸ ਨੂੰ, ਅਤੇ ਜੋ ਕੁਝ ਉਸਨੇ ਆਪਣੇ ਅਕਾਦਮਿਕ ਅਧਿਐਨ ਰਾਹੀਂ, ਜਾਂ ਕਹਿ ਲਓ ਕਿ ਪੁਸਤਕਾਂ ਪੜ੍ਹ ਕੇ ਗਿਆਨ ਪ੍ਰਾਪਤ ਕੀਤਾ, ਉਹਦੇ ਵਿੱਚ ਕਿਤੇ ਇੱਕ ਉਹਨੇ ਸਮਤੋਲ ਬਿਠਾਇਆ। ਦੇਖੋ, ਅਸੀਂ ਸੱਤਾ ਦੇ ਕੁਝ ਰੂਪਾਂ ਨੂੰ ਪਛਾਣਦੇ ਹਾਂ। ਕਿਹੜੇ ਰੂਪਾਂ ਨੂੰ ਪਛਾਣਦੇ ਹਾਂ? ਸਭ ਤੋਂ ਵੱਧ ਅਸੀਂ ਰਾਜਸੀ ਸੱਤਾ ਦੇ ਰੂਪ ਨੂੰ ਪਛਾਣਦੇ ਹਾਂ, ਕਿਉਂਕਿ ਉਹਦੇ ਵਿੱਚ ਰਾਜਸੀ ਸੱਤਾ ਦੇ ਵਿੱਚ ਸਿੱਧਾ ਦਮਨ ਮੌਜੂਦ ਹੁੰਦਾ, ਫੌਜ ਦੇ ਰੂਪ ਦੇ ਵਿੱਚ ਅਤੇ ਪੁਲਿਸ ਦੇ ਰੂਪ ਵਿੱਚ। ਦੂਜਾ ਜਿਹੜਾ ਸੱਤਾ ਦਾ ਰੂਪ ਪਛਾਣਦੇ ਹਾਂ
ਉਹ ਅਸੀਂ ਪੈਸੇ ਦੀ ਸੱਤਾ ਦਾ ਰੂਪ ਪਛਾਣਦੇ ਹਾਂ, ਕਿਉਂਕਿ ਸਿੱਧੇ ਤੌਰ 'ਤੇ ਸਾਡੇ ਜੀਵਨ ਉਪਜੀਵਕਾ ਦੇ ਨਾਲ ਜੁੜਿਆ ਹੋਇਆ ਹੁੰਦਾ। ਤੀਜਾ ਜਿਹੜਾ ਅਸੀਂ ਸੱਤਾ ਦਾ ਰੂਪ ਪਹਿਚਾਣਦੇ ਹਾਂ, ਉਹ ਧਾਰਮਿਕ ਜਾਂ ਜਿਹੜੀਆਂ ਸਾਡੀਆਂ ਸਮਾਜਿਕ ਮਰਿਆਦਾਵਾਂ ਹੁੰਦੀਆਂ, ਇਹਨਾਂ ਦੇ ਸੱਤਾ ਦੇ ਰੂਪ ਤਾਂ ਅਸੀਂ ਪਹਿਚਾਣਦੇ ਹਾਂ। ਪਰ ਜਿਵੇਂ ਫੂਕੋ ਕਹਿੰਦਾ ਕਿ ਸੱਤਾ ਤੋਂ ਤਾਂ ਕੁਝ ਵੀ ਮੁਕਤ ਨਹੀਂ ਹੁੰਦਾ, ਸੱਤਾ ਹਰ ਥਾਂ ਮੌਜੂਦ ਹੁੰਦੀ ਆ, ਉਹ ਘੱਟ ਜਾਂ ਵੱਧ ਹੋ ਸਕਦੀ ਆ। ਉਸ ਸਥਿਤੀ ਦੇ ਵਿੱਚ ਜਿਹੜਾ ਘਰ ਆ, ਕਿਵੇਂ ਉਹ ਸੱਤਾ ਦਾ ਆਪਣੇ ਆਪ ਵਿੱਚ ਇੱਕ ਛੋਟਾ ਮਾਡਲ, ਇੱਕ ਛੋਟੀ ਮਾਈਕਰੋ ਯੂਨਿਟ ਬਣ ਜਾਂਦਾ, ਉਸ ਦਾ ਵੀ ਇੱਕ ਆਪਣਾ ਦਮਨਕਾਰੀ ਰੂਪ ਹੁੰਦਾ। ਹਰ ਘਰ ਦੀਆਂ, ਹਰ ਪਰਿਵਾਰ ਦੀਆਂ ਆਪਣੀਆਂ ਪਰੰਪਰਕ ਪਰਿਵਾਰਕ ਮਰਿਆਦਾਵਾਂ ਹੁੰਦੀਆਂ, ਉਹ ਦਮਨ ਕਿਵੇਂ ਕਰਦੀਆਂ, ਕਿਵੇਂ ਰਿਸ਼ਤੇ ਦਮਨ ਕਿਵੇਂ ਕਰਦੇ ਆ। ਇਹਨਾਂ ਚੀਜ਼ਾਂ ਨੂੰ ਪਹਿਲਾਂ ਵੀ ਸ਼ਾਇਰਾਂ ਨੇ ਮਹਿਸੂਸਿਆ ਹੈਗਾ, ਪਰ ਜਿਸ ਰੂਪ ਵਿੱਚ ਇਸ ਨੂੰ ਜਗਵਿੰਦਰ ਜੋਧੇ ਨੇ ਪੇਸ਼ ਕੀਤਾ, ਉਹ ਸੱਚਮੁੱਚ ਹੀ ਬੜਾ ਮਹੱਤਵਪੂਰਨ ਆ। ਬੜੇ ਖੂਬਸੂਰਤ ਢੰਗ ਨਾਲ ਉਸ ਨੇ ਇਹਨਾਂ ਚੀਜ਼ਾਂ ਨੂੰ ਬਾਹਰ ਲੈ ਕੇ ਆਉਂਦਾ ਹੈ। ਤਾਂ ਉਹ ਜਦੋਂ ਬਾਹਰ ਲੈ ਕੇ ਆ ਰਿਹਾ ਤਾਂ ਉਹਦੇ ਵਿੱਚ ਨਾ ਤੇ ਉਹ ਇਸ ਗੱਲ ਦੇ ਅਲਾਰ ਹੁੰਦਾ ਹੈ ਕਿ ਸੱਤਾ ਦੇ ਕੇਂਦਰ ਵਜੋਂ ਘਰ ਨੂੰ ਜਾਂ ਬਾਪ ਨੂੰ ਜਾਂ ਬੀਵੀ ਨੂੰ ਸਥਾਪਿਤ ਕਰ ਦੇਵੇ, ਨਾ ਹੀ ਉਹ ਇਹ ਆ ਕਿ ਉਹ ਇਹਨਾਂ ਨੂੰ ਬਖਸ਼ ਦੇਵੇ। ਉਹ ਦੋਹਾਂ ਚੀਜ਼ਾਂ ਨੂੰ ਦੇਖਦਾ ਹੈ ਕਿ ਇਹਦੇ ਵਿੱਚ ਜਿਹੜਾ ਮਾਨਵੀ ਹੋਂਦ ਆ, ਮਨੁੱਖੀ ਹੋਂਦ ਆ, ਉਹ ਕਿਵੇਂ ਪਿਸਦੀ ਆ, ਉਸ ਦੇ ਖੂਬਸੂਰਤ ਰੂਪ ਆ। ਉਹ ਖੂਬਸੂਰਤ ਰੂਪਾਂ ਦੇ ਵਿੱਚ ਪ੍ਰਗਟਾ ਕਰਦਾ ਹੈ। ਉਹ ਪ੍ਰਗਟਾ ਕਿਵੇਂ ਕਰਦਾ ਹੈ, ਇਹ ਵੀ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜੇ ਆਪਾਂ ਸਿਰਫ ਇਸ ਦੇ ਬਾਰੇ ਗੱਲਾਂ ਕਰੀ ਜਾਈਏ ਤਾਂ ਗੱਲਾਂ ਦੇ ਵਿੱਚੋਂ ਉਹ ਚੀਜ਼ ਸਮਝ ਨਹੀਂ ਆਉਣੀ ਕਿ ਆਖਰ ਜਗਵਿੰਦਰ ਜੋਧਾ ਕਰਦਾ ਕੀ ਹੈ ਜਾਂ ਕਰਨਾ ਕੀ ਚਾਹੁੰਦਾ ਹੈ। ਪਰ ਜੇ ਅਸੀਂ ਉਹਦੀ ਗਜ਼ਲ ਦੇ ਕੁਝ ਸ਼ੇਅਰ ਤੁਹਾਡੇ ਨਾਲ ਮੈਂ ਸਾਂਝੇ ਕਰਾਂ ਤਾਂ ਸ਼ਾਇਦ ਗੱਲ ਵਧੇਰੇ ਸਪਸ਼ਟ ਹੋਵੇ। ਮੈਂ ਸਿਰਫ ਤੁਹਾਡੇ ਨਾਲ ਕੁਝ ਉਹਦੀ ਗਜ਼ਲ ਦੇ ਜਿਹੜੇ ਸ਼ੇਅਰ ਨੇ, ਕੁਝ ਜਿਹੜੇ ਰੂਪ ਨੇ, ਉਹ ਸਾਂਝੇ ਕਰਾਂਗਾ। ਪੁਸਤਕ ਦੀ ਪਹਿਲੀ ਪਰਤ ਦਾ ਜਿਹੜਾ ਪਹਿਲਾ ਹੀ ਮਤਲਬ ਹੈ ਉਹ ਕੁਝ ਇਸ ਤਰ੍ਹਾਂ ਹੈ। ਮੇਰੀ ਭਟਕਣ ਦੀ ਆਖਰੀ ਪਨਾਹ ਬਣਦਾ ਰਿਹਾ ਹੈ ਘਰ, ਪਰ ਅਕਸਰ ਹੀ ਸਫ਼ਰ ਦੇ ਰਾਹ ਵਿੱਚ ਰੋੜਾ ਰਿਹਾ ਹੈ ਘਰ। ਮੇਰੀ ਭਟਕਣ ਦੀ ਆਖਰੀ ਪਨਾਹ ਬਣਦਾ ਰਿਹਾ ਹੈ ਘਰ, ਪਰ ਅਕਸਰ ਹੀ ਸਫ਼ਰ ਦੇ ਰਾਹ ਵਿੱਚ ਰੋੜਾ ਰਿਹਾ ਹੈ ਘਰ। ਖਿਆਲ ਇਹ ਹੈ ਕਿ ਇੱਕ ਪਾਸੇ ਜਿਹੜਾ ਘਰ ਆ ਉਹ ਬੰਦੇ ਨੂੰ ਥੱਕੇ ਟੁੱਟੇ ਦੁਖੀ ਨੂੰ ਆਖਰੀ ਪਨਾਹ ਵੀ ਬਣਦਾ, ਅਤੇ ਦੂਸਰੇ ਪਾਸੇ ਕੀ ਹੈ ਕਿ ਇਹੀ ਜਿਹੜਾ ਘਰ ਆ ਉਹ ਜਿਹੜੇ ਮਨੁੱਖ ਦੇ ਮਨ ਦੀ ਆਪਣੀ ਸੁਤੰਤਰ ਉਡਾਨ ਆ, ਜਿਹੜੀ ਉਹਦੀ ਸੁਤੰਤਰ ਕਿਤੇ ਉੱਪਰ ਉੱਠ ਜਾਣ ਦੀ ਤਮੰਨਾ, ਆਪਣੇ ਤੋਂ ਪਾਰ ਜਾਣ ਦੀ ਤਮੰਨਾ, ਉਹਦੇ ਪੈਰਾਂ 'ਚ ਬੇੜੀਆਂ ਵੀ ਇਹ ਘਰ ਹੀ ਹੈ। ਇੰਨਾ ਖੂਬਸੂਰਤ ਇਹ ਖਿਆਲ ਆ। ਮੇਰੀ ਭਟਕਣ ਦੀ ਆਖਰੀ ਪਨਾਹ ਬਣਦਾ ਰਿਹਾ ਹੈ ਘਰ, ਪਰ ਅਕਸਰ ਹੀ ਸਫ਼ਰ ਦੇ ਰਾਹ ਵਿੱਚ ਰੋੜਾ ਰਿਹਾ ਹੈ ਘਰ। ਔਰ ਅਗਲਾ ਜਿਹੜਾ ਇਹਦਾ ਸ਼ੇਅਰ ਆ ਉਹ ਦੇਖਣ ਵਾਲਾ, ਥੱਕਣ ਲੈ ਕੇ ਜਦੋਂ ਮੁੜਿਆ ਹਾਂ ਤਾਂ ਇੱਕ ਆਰਾਮ ਗਾਹ ਬਣਿਆ, ਤੇ ਕੁਝ ਚਿਰ ਬਾਅਦ ਹੀ ਸੀਨੇ 'ਚ ਦਮ ਘੁੱਟਦਾ ਰਿਹਾ ਹੈ ਘਰ। ਤਾਂ ਘਰ ਦੀ ਜਿਹੜੀ ਵਿਆਖਿਆ ਇਹਨਾਂ ਸ਼ੇਅਰਾਂ ਦੇ ਵਿੱਚੋਂ ਪ੍ਰਾਪਤ ਹੁੰਦੀ ਹੈ ਕਿ ਘਰ ਕਿਵੇਂ ਤੁਹਾਡੇ ਲਈ ਹੈਲੀਪੈਡ ਦਾ ਕੰਮ ਕਰਦਾ ਹੈ, ਘਰ ਕਿਵੇਂ ਤੁਹਾਨੂੰ ਮੁਸੀਬਤਾਂ ਸਮੇਂ ਸੁਰੱਖਿਅਤ ਮਹਿਸੂਸ ਕਰਾਉਂਦਾ ਹੈ, ਪਰ ਉਹੀ ਘਰ ਤੁਹਾਡੇ ਪੈਰਾਂ ਦੀਆਂ ਬੇੜੀਆਂ ਕਿਵੇਂ ਬਣਦਾ ਹੈ। ਇਹਨਾਂ ਦੋਨਾਂ ਚੀਜ਼ਾਂ ਨੂੰ ਨਾਲੋਂ ਨਾਲ ਰੱਖ ਕੇ ਕਿਹਾ ਜਾ ਸਕਦਾ ਹੈ ਕਿ ਸ਼ਾਇਰ ਨੇ ਜਿਹੜਾ ਇਹ ਦਵੰਦ ਆ, ਜਿਹੜੀ ਇਹ ਦੁਚਿੱਤੀ ਆ, ਜਿਹੜੀ ਇਹ ਮਨੁੱਖੀ ਮਨ ਦੀ ਦਵੰਡ ਆ, ਜਿਹੜਾ ਹਾਨ ਲਾਭ ਦਾ ਬੈਲੈਂਸ ਆ, ਉਹਨੂੰ ਬੜੀ ਖੂਬਸੂਰਤ ਢੰਗ ਨਾਲ ਚਿੱਤਰਿਆ। ਇੱਥੇ ਮੈਂ ਗੱਲ ਕੀਤੀ ਆ ਦਵੰਦ ਦੀ, ਇਹਦੇ ਬਾਰੇ ਥੋੜ੍ਹੀ ਜਿਹੀ ਆਪਾਂ ਆਖਰ 'ਤੇ ਵੀ ਗੱਲ ਕਰਾਂਗੇ, ਪਰ ਹਾਲ ਦੀ ਘੜੀ ਆਪਾਂ ਕੁਝ ਹੋਰ ਉਹਦੇ ਸ਼ੇਅਰ ਦੇਖੀਏ ਕਿ ਕਿਸ ਕਿਸਮ ਨਾਲ ਚੱਲਦੇ ਨੇ। ਜੇ ਅਸੀਂ ਘਰ ਤੋਂ ਬਾਅਦ ਉਹਦੀ ਗੱਲ ਕਰੀਏ ਤਾਂ ਅਗਲੇ ਜਿਹੜੇ ਉਹਦੇ ਸ਼ੇਅਰ ਨੇ, ਜਿਹੜੀ ਦੂਜੀ ਪਰਤ ਹੈਗੀ ਆ, ਉਹ ਜਿਹੜੀ ਹੈਗੀ ਆ ਉਹ ਬਾਪੂ ਨੂੰ ਸਮਰਪਿਤ ਆ। ਤਿਹਾਏ ਰਿਸ਼ਤਿਆਂ 'ਤੇ ਮੇਘ ਬਣ ਵਰਦਾ ਰਿਹਾ ਬਾਪੂ, ਤੇ ਸਾਰੀ ਉਮਰ ਮੋਹ ਦੀ ਔੜ ਵਿੱਚ ਪਿਆਸਾ ਰਿਹਾ ਬਾਪੂ। ਜਦੋਂ ਵੀ ਉਸ ਦੇ ਚਾਹੇ ਦਾਇਰੇ ਨੂੰ ਟੱਪਣਾ ਚਾਹਿਆ, ਮੇਰੇ ਚਾਵਾਂ ਦੇ ਪੈਰੀਂ ਰੋੜ ਬਣ ਚੁੱਭਦਾ ਰਿਹਾ ਬਾਪੂ। ਉਹ ਜੰਮਿਆ ਸੀ ਤਾਂ ਪੜਦਾਦੀ ਨੇ ਸੁਣਿਆ ਸ਼ੀਰਨੀ ਵੰਡੀ,
ਪਤਾ ਨਹੀਂ ਫਿਰ ਵੀ ਤਾ ਉਮਰ ਕਿਉਂ ਕੌੜਾ ਰਿਹਾ ਬਾਪੂ। ਹੁਣ ਜਿਹੜਾ ਇੱਥੇ ਬਾਪੂ ਆ, ਬਾਪੂ ਨੂੰ ਇੱਕ ਹੋਰ ਦੁਆਬੇ ਦਾ ਸ਼ਾਇਰ ਹੈਗਾ ਕੁਲਵੰਤ ਔਜਲਾ, ਉਹਨੇ ਬੜੇ ਮੋਹ ਨਾਲ ਚਿੱਤਰਿਆ। ਪਰ ਇਹਦੇ ਵਿੱਚ ਮੋਹ ਵੀ ਆ, ਪਰ ਮੋਹ ਦੇ ਨਾਲ ਨਾਲ ਇਹ ਵੀ ਆ ਕਿ ਬਾਪੂ ਆ ਜਿਹੜਾ ਉਹ ਚਾਵਾਂ ਦੇ, ਬਾਪੂ ਆ ਜਿਹੜਾ ਮਨੁੱਖੀ ਜਿਹੜਾ ਉਡਾਨ ਆ, ਪੁੱਤਰ ਦੀ ਜਿਹੜੀ ਉਡਾਨ ਆ, ਉਹਦੇ ਰਾਹ 'ਚ ਰੋੜਾ ਕਿਉਂ ਬਣਦਾ? ਉਹਦੀਆਂ ਆਪਣੀਆਂ ਮਜਬੂਰੀਆਂ, ਉਹਦਾ ਆਪਣਾ ਤਜਰਬਾ, ਉਹਦਾ ਜ਼ਿੰਦਗੀ ਨੂੰ ਦੇਖਣ ਦਾ ਆਪਣਾ ਦ੍ਰਿਸ਼ਟੀਕੋਣ ਆ, ਜਿਹਦੇ ਕਰਕੇ ਉਹਨੂੰ ਰੋਕਦਾ। ਪਰ ਇਹ ਆਪਣੇ ਆਪ ਦੇ ਵਿੱਚ ਬੜਾ ਖੂਬਸੂਰਤ ਰੂਪ ਦੇ ਵਿੱਚ ਇਹ ਜਿਹੜੀ ਪਰਤ ਆ, ਦੂਜੀ ਪਰਤ ਜਿਹਦੇ ਵਿੱਚ ਬਾਪੂ ਵਾਰ-ਵਾਰ ਆਉਂਦਾ, ਉਹਨੇ ਉਜਾਗਰ ਕੀਤੀ ਹੈ। ਸਿਰਫ 2 ਸ਼ੇਅਰ ਤੁਹਾਡਾ ਹੋਰ ਸਾਂਝੇ ਕਰਾਂ। ਉਹਦੀ ਪਰਜਾ ਸੀ ਕੁੱਲ ਪਰਿਵਾਰ, ਉਹ ਬੇਤਾਜ ਰਾਜਾ ਸੀ, ਸਿੰਘਾਸਨ ਹੁਕਮ ਦਾ ਜੀਆਂ ਦੇ ਸਿਰਾਂ ਡਾਉਂਦਾ ਰਿਹਾ ਬਾਪੂ। ਕਿਸੇ ਪੱਕੀ ਫਸਲ ਤੇ ਚੜ੍ਹ ਕੇ ਆਏ ਮੇਘਲੇ ਵਾਂਗੂ, ਬੜੇ ਚਾਵਾਂ ਦੇ ਉੱਪਰ ਸਹਿਮ ਬਣ ਛਾਇਆ ਰਿਹਾ ਬਾਪੂ। ਬਾਪੂ ਆ ਜਿਹੜਾ, ਉਹਦੇ ਬਾਪੂ ਦੇ ਘਰ ਵਾਂਗ ਹੀ 2 ਰੂਪ ਨੇ। ਇੱਕ ਬਾਪੂ ਦਾ ਰੂਪ ਉਹ ਆ ਕਿ ਜਿਹੜਾ ਬਾਪੂ ਦਾ ਰੂਪ ਆਪਣੇ ਘਨੇੜੇ ਚਾੜ ਕੇ ਮੇਲਾ ਦਿਖਾਉਂਦਾ, ਦੁਨੀਆ ਦਾ ਮੇਲਾ ਦਿਖਾਉਂਦਾ, ਜਿਹੜਾ ਹਰ ਮੁਸੀਬਤ ਸਮੇਂ ਉਹਦੇ 'ਤੇ ਛਾਂ ਬਣਦਾ। ਅਤੇ ਦੂਸਰੇ ਪਾਸੇ ਕੀ ਹੈ ਕਿ ਉਹੀ ਬਾਪੂ ਆ ਜਿਹੜਾ ਪੈਰਾਂ ਦੇ ਵਿੱਚ ਚੋਬ ਵੀ ਬਣਦਾ, ਉਹੀ ਬਾਪੂ ਆ ਜਿਹੜਾ ਉਹ ਰੋੜਾ ਵੀ ਬਣਦਾ, ਉਹੀ ਬਾਪੂ ਆ ਜਿਹੜਾ ਉਹ ਵਰਜਦਾ ਵੀ ਆ। ਅਤੇ ਉਹ ਬਾਪੂ ਦੀ ਵੀ ਆਪਣੀ ਸੱਤਾ ਹੈ। ਅਤੇ ਉਹ ਸੱਤਾ ਜਦੋਂ ਤਾਂ ਅਸੀਂ ਸੱਤਾ ਦਾ ਉਸ ਦਾ ਮੁਕਾਬਲਾ ਕਰਦੇ ਹਾਂ ਕਿ ਉਹ ਕਾਹਦੀ ਸੱਤਾ ਹੈਗੀ ਆ, ਉਹਦੇ ਕੋਲ ਕਿਹੜੀ ਤਾਕਤ ਹੈਗੀ ਆ ਰਾਜਸੀ ਤਾਕਤ ਦੇ ਮੁਕਾਬਲੇ, ਉਹਦੇ ਕੋਲ ਕਿਹੜੀ ਤਾਕਤ ਹੈਗੀ ਆ ਧਾਰਮਿਕ ਜਿਹੜੇ ਸਾਡੇ ਪੁਜਾਰੀ ਵਰਗ ਆ ਉਹਦੇ ਮੁਕਾਬਲੇ, ਉਹਦੇ ਕੋਲ ਕਿਹੜੀ ਤਾਕਤ ਹੈਗੀ ਆ ਜਿਹੜੇ ਪੈਸੇ ਵਾਲੇ ਬੰਦੇ ਦੇ ਮੁਕਾਬਲੇ। ਹਾਂ ਬਿਲਕੁਲ ਗੱਲ ਸੱਚੀ ਆ, ਬਾਪੂ ਦੀ ਏਡੀ ਕਿੱਡੀ ਕੁ ਤਾਕਤ ਆ, ਪਰ ਬਾਪੂ ਦੀ ਆਪਣੇ ਆਪ ਵਿੱਚ ਇੱਕ ਘਰ ਦੇ ਵਿੱਚ ਤਾਕਤ ਆ। ਉਸ ਤਾਕਤ ਨੂੰ ਪਛਾਣਨਾ ਅਤੇ ਉਹਨੂੰ ਇਸ ਤਰ੍ਹਾਂ ਪੇਸ਼ ਕਰਨਾ ਇਹ ਯੋਧੇ ਦੇ ਹਿੱਸੇ ਹੀ ਆਇਆ। ਸ਼ਾਇਦ ਪੰਜਾਬੀ ਗਜ਼ਲਕਾਰੀ ਦੇ ਵਿੱਚ ਬਾਪੂ ਦਾ ਇਹ ਰੂਪ ਜਾਂ ਜਿਹੜਾ ਸੱਤਾ ਦਾ ਇੱਕ ਛੋਟਾ ਰੂਪ ਆ, ਇਹ ਨਹੀਂ ਕਿ ਇਹ ਚਿਤਰਿਆ ਨਹੀਂ ਗਿਆ, ਚਿਤਰਿਆ ਗਿਆ, ਪਰ ਇਸ ਨੂੰ ਇਉਂ ਮਹਿਸੂਸ ਕਿ ਉਹਦੇ ਸਿਧਾਂਤਕ ਪੱਖਾਂ ਨੂੰ ਪਿਛੋਕੜ 'ਚ ਰੱਖਦਿਆਂ ਜਜ਼ਬੇ ਦੀ ਪੱਧਰ 'ਤੇ ਜਿਹੜਾ ਪੇਸ਼ ਕੀਤਾ ਹੈਗਾ ਉਹ ਯੋਧੇ ਦੇ ਹਿੱਸੇ ਆਇਆ ਹੈਗਾ। ਇਸ ਤੋਂ ਅੱਗੇ ਉਹਨੇ ਜਿਹੜੀ ਹੈਗੀ ਆ ਅੰਮੀ ਦੇ ਬਾਰੇ, ਅੰਮੀ ਦੇ ਬਾਰੇ ਬਹੁਤ ਖੂਬਸੂਰਤ ਆ। ਹਜ਼ਾਰਾਂ ਧਰਤੀਆਂ ਦਾ ਭਾਰ ਸਿਰ ਢਾਉਂਦੀ ਰਹੀ ਅੰਮੀ, ਤੇ ਆਪਣੀ ਹੋਂਦ ਲਈ ਚੱਪਾ ਕੁ ਥਾਂ ਲੱਭਦੀ ਰਹੀ ਅੰਮੀ। ਉਹਦੇ ਹੁੰਦਾ ਹੈ ਪਹਿਲਾਂ ਕੌਣ, ਕਿਹੜਾ ਬਾਅਦ ਵਿੱਚ ਅਸਤੇ, ਖੜੀ ਧਰਤੀ ਤੇ ਸੂਰਜ ਨਾਲ ਨਿਤ ਜਿੱਦਦੀ ਰਹੀ ਅੰਮੀ। ਸੱਚਮੁੱਚ ਇਹ ਬੜਾ ਕਮਾਲ ਦਾ ਸ਼ੇਅਰ, ਇੱਕ ਮਾਂ ਦਾ ਨਹੀਂ, ਇੱਕ ਅੰਮੀ ਦਾ ਨਹੀਂ, ਸਮੁੱਚੀ ਔਰਤ ਜਾਤ ਜਿਹੜੀ ਸੰਤਾਨ ਲਈ ਕਹਿ ਸਕਦੇ ਹਾਂ ਕਿ ਦਿਨ ਰਾਤ ਮਸ਼ੱਕਤ ਕਰਦੀ ਹੈ, ਜਿਹਦਾ ਸਾਡੇ ਪੰਜਾਬੀ ਪਿਤਰੀ ਜਿਹੜਾ ਪ੍ਰਬੰਧ ਹੈਗਾ, ਜਿਹੜਾ ਪਰਿਵਾਰਕ ਪ੍ਰਬੰਧ ਆ, ਜਿਹਦੇ ਵਿੱਚ ਪਿਤਰੀ ਸੱਤਾ ਦੀਆਂ ਬਹੁਤ ਡੂੰਘੀਆਂ ਜੜ੍ਹਾਂ, ਉਹਦੇ ਲਈ ਬੜਾ ਖੂਬਸੂਰਤ ਸ਼ੇਅਰ ਹੈ, ਖੂਬਸੂਰਤ ਢੰਗ ਨਾਲ ਕਿ ਸਭ ਤੋਂ ਪਹਿਲਾਂ ਉੱਠਣਾ, ਸਭ ਤੋਂ ਬਾਅਦ 'ਚ ਸੌਣਾ ਅਤੇ ਸਾਰੀ ਦਿਹਾੜੀ ਕੰਮ ਕਰਨਾ। ਉਸ ਨੂੰ ਜਿੰਨੀ ਖੂਬਸੂਰਤ ਢੰਗ ਨਾਲ, ਅਤੇ ਉਹਦਾ ਆਡਾ ਕਿਹਦੇ ਨਾਲ, ਉਹਦਾ ਝਗੜਾ ਕਿਹਦੇ ਨਾਲ, ਉਹਦੀ ਜਿੱਦ ਕਿਹਦੇ ਨਾਲ, ਉਹਦੇ ਹੁੰਦਾ ਹੈ ਪਹਿਲਾਂ ਕੌਣ, ਕਿਹੜਾ ਬਾਅਦ ਵਿੱਚ ਅਸਤੇ, ਖੜੀ ਧਰਤੀ ਤੇ ਸੂਰਜ ਨਾਲ ਨਿਤ ਜਿੱਦਦੀ ਰਹੀ ਅੰਮੀ। ਸੱਚਮੁੱਚ ਬਹੁਤ ਖੂਬਸੂਰਤ ਸ਼ੇਅਰ ਆ। ਮਾਂ ਦੀਆਂ ਜਿਹੜੀਆਂ ਜੀਵਨੀ ਮੂਲਕ ਚੀਜ਼ਾਂ ਨੇ ਉਹਦੇ ਬਾਰੇ ਵੀ ਆਪਾਂ ਥੋੜ੍ਹੀ ਜਿਹੀ ਬਾਅਦ 'ਚ ਗੱਲ ਕਰਾਂਗੇ। ਉਹ ਵੀ ਉਹਦੇ ਵਿੱਚ ਪੇਸ਼ ਆ ਕਿ ਜਿਹੜੀ ਉਮਰੇ ਨਿਆਣੇ ਢਾਕ ਤੋਂ ਖੁਦ ਨਹੀਂ ਲੈਂਦੇ, ਉਸ ਉਮਰੇ ਭੈਣ ਭਾਈ ਢਾਕ 'ਤੇ ਚੁੱਕਦੀ ਰਹੀ ਅੰਮੀ। ਉਹ ਕੁਛ ਉਹਦੇ ਨਿੱਜੀ ਪ੍ਰਸੰਗ ਹੋਣਗੇ, ਪਰ ਆਪਣੇ ਆਪ ਦੇ ਵਿੱਚ ਬਹੁਤ ਖੂਬਸੂਰਤ ਪਰਤ ਹੈਗੀ ਹੈ ਜਿਹੜੀ ਅੰਮੀ ਨਾਲ ਸੰਬੰਧਿਤ। ਅੰਮੀ ਨਾਲ ਇਹਦਾ ਕੋਈ ਵਿਰੋਧ ਵਾਲਾ ਨਹੀਂ ਬਣਦਾ ਹੈਗਾ ਜਿਵੇਂ ਬਾਪੂ ਤੇ ਘਰ ਨਾਲ ਬਣਦਾ ਹੈਗਾ। ਵੈਸੇ ਵੀ ਮਾਵਾਂ ਨਾਲ ਬਹੁਤਾ ਵਿਰੋਧ ਬਣਦਾ ਨਹੀਂ ਹੁੰਦਾ। ਜਿਹੜੀ ਚੌਥੀ ਪਰਤ ਆ ਬੀਵੀ ਦੀ, ਖਲਾ ਜਿੱਥੇ ਸੀ ਉਸ ਨੂੰ ਪੂਰਦੀ ਭਰਦੀ ਰਹੀ ਬੀਵੀ, ਸਰਾਪੀ ਹੋਂਦ ਵਾਂਗੂ ਖੁਦ ਖਲਾ ਵਿੱਚ ਹੀ ਰਹੀ ਬੀਵੀ। ਬੀਵੀ ਬਾਰੇ ਜਿਹੜੇ ਬਹੁਤੇ ਸ਼ੇਅਰ ਨੇ ਮੈਨੂੰ ਲੱਗਿਆ ਕਿ ਮੁਕਾਬਲਤਨ ਬਾਕੀ ਸੰਗ੍ਰਹਿ ਦੇ ਮੁਕਾਬਲੇ ਉਹ ਮੈਨੂੰ ਲੱਗਦਾ ਕਿ ਬਹੁਤੇ ਰਵਾਇਤੀ ਰੂਪਾਂ ਦੇ ਵਿੱਚ ਹੀ ਉਹ ਸਿਮਟ ਜਾਂਦੇ। ਉਹਦਾ ਕਾਰਨ ਇਹ ਕਿ ਸ਼ਾਇਦ ਜਿਹੜੀ ਬੀਵੀ ਨਾਲ ਰਿਸ਼ਤਾ ਹੈਗਾ ਉਹ ਹੁੰਦਾ ਹੀ ਅਜਿਹਾ ਹੈਗਾ ਕਿ ਉਹਦੇ ਵਿੱਚ ਪਹਿਲਾਂ ਵੀ ਬਹੁਤ ਸਾਰੇ ਸ਼ਾਇਰਾਂ ਨੇ ਆਪਣੇ ਸ਼ੇਅਰਾਂ ਵਿੱਚ ਮੁਹੱਬਤ ਅਤੇ ਤਣਾਓ, ਮੁਹੱਬਤ ਅਤੇ ਰੋਸਾ ਅਤੇ ਮੰਨ ਜਾਣਾ,
ਉਹ ਦੋਵੇਂ ਚੀਜ਼ਾਂ ਜਿਹੜੀਆਂ ਜਿਹਦੇ ਵਿੱਚ ਫਰਜ਼ ਵੀ ਆ, ਜਿਹਦੇ ਵਿੱਚ ਹੱਕ ਵੀ ਆ, ਜਿਹਦੇ ਵਿੱਚ ਜਿਹਨੂੰ ਕਹਿ ਸਕਦੇ ਹਾਂ ਕਿ ਦਬਾਅ ਵੀ ਆ, ਜਿਹਦੇ ਵਿੱਚ ਮਰਜ਼ ਵੀ ਆ, ਪਰ ਫਿਰ ਵੀ ਕੁਝ ਜਿਹੜੇ ਸ਼ੇਅਰ ਨੇ ਉਹ ਜ਼ਰੂਰ ਤੁਹਾਨੂੰ ਬੀਵੀ ਬਾਰੇ ਇੱਕ ਨਵੇਂ ਪੱਖੋਂ ਸੋਚਣ ਨੂੰ, ਖਾਸ ਕਰਕੇ ਜਿਹੜੇ ਆਧੁਨਿਕ ਮਨੁੱਖ ਦੀ ਜ਼ਿੰਦਗੀ ਹੈਗੀ ਉਹਦੇ ਵਿੱਚ ਜਿਹੜੀ ਬੀਵੀ ਹੈਗੀ ਆ ਉਹਦੀ ਜ਼ਿੰਦਗੀ ਨੂੰ ਓਨੀ ਹਜੇ ਬਰਾਬਰਤਾ ਨਹੀਂ ਮਿਲੀ। ਸਾਡੇ ਕੌੜੇ ਮਿੱਠੇ ਸਾਥ ਦਾ ਅਨਮੁੱਖ ਸਫ਼ਰਨਾਮਾ ਬਿਨਾਂ ਅੱਖਰਾਂ ਤੋਂ ਹੰਝੂਆਂ ਨਾਲ ਹੀ ਲਿਖਦੀ ਰਹੀ ਬੀਵੀ। ਖੂਬਸੂਰਤ ਖਿਆਲ ਆ ਕਿ ਜਿਹੜੀ ਪੰਜਵੀਂ ਪਰਤ ਆ, ਮਹਿਬੂਬ ਨਿਸ਼ਚੇ ਹੀ ਖੁਸ਼ਬੂ ਨਿਸ਼ਚੇ ਹੀ ਪ੍ਰੇਮ ਕਾ, ਉਹਦੇ ਬਾਰੇ ਤਾਂ ਸਾਰੀ ਸ਼ਾਇਰੀ ਉਹਦੇ ਵਿੱਚੋਂ ਉਪਜਦੀ ਹੈ। ਤਾਂ ਉਹ ਤਾਂ ਮੁਕੱਦਸ ਹੋ ਕੇ ਵੀ ਜਾਇਜ਼ ਜਗ੍ਹਾ ਲੱਭਦੀ ਰਹੀ ਖੁਸ਼ਬੂ, ਜਦੋਂ ਸੌਂਦੀ ਰਹੀ ਦੁਨੀਆ ਉਦੋਂ ਉਗਦੀ ਰਹੀ ਖੁਸ਼ਬੂ। ਕਿਸੇ ਅਣਜਾਣ ਅੰਗੀਠੀ 'ਤੇ ਜਗਣਾ ਪੈ ਗਿਆ ਮੈਨੂੰ, ਕਿਸੇ ਅਣਜਾਣ ਚੁੱਲ੍ਹੇ ਵਿੱਚ ਡਹੀ ਧੁਖਦੀ ਰਹੀ ਖੁਸ਼ਬੂ। ਉਹ ਜਦੋਂ ਵੀ ਚੈਟ ਵਿੱਚ ਦਿਲ ਭੇਜਦੀ ਤਾਂ ਧੜਕਣ ਲੱਗਦਾ, ਉਂਝ ਧੜਕਣ ਨੂੰ ਕਰੜੇ ਜਾਬਤ ਵਿੱਚ ਰੱਖਦੀ ਰਹੀ ਖੁਸ਼ਬੂ। ਖੈਰ, ਮੋਹਨ ਸਿੰਘ ਤੋਂ ਲੈ ਕੇ ਜੰਦਰੇ ਯਾਦ ਕਰੋ, ਲੰਮਾ ਚੌੜਾ ਇਤਿਹਾਸ ਹੈਗਾ ਕਿ ਬੀਵੀ ਦਾ ਅਤੇ ਮਹਿਬੂਬ ਦਾ ਰਿਸ਼ਤਾ ਜਿਹੜਾ ਉਹ ਹਮੇਸ਼ਾ ਹੀ ਕਵੀਆਂ ਨਾਲ ਇਸੇ ਤਕੋਨੀ ਗੁੰਝਲ ਵਿੱਚ ਵੱਜਿਆ ਰਿਹਾ ਅਤੇ ਜਨਤਾ ਦੀ ਨਜ਼ਰ ਵਿੱਚ, ਆਮ ਲੋਕਾਂ ਦੀ ਨਜ਼ਰ ਵਿੱਚ ਜਿਹੜੀ ਬੀਵੀ ਆ ਉਸ ਦੀ ਸਥਿਤੀ ਅਤੇ ਜਿਹੜੀ ਪ੍ਰੇਮਕ ਹੈ ਉਸ ਦੀ ਸਥਿਤੀ ਹਮੇਸ਼ਾ ਹੀ ਇੱਕ ਕਿਹਾ ਜਾ ਸਕਦਾ ਹੈ ਕਿ ਜਾਇਜ਼ ਨਜਾਇਜ਼ ਰਿਸ਼ਤੇ ਦੇ ਕਾਰਨ ਉਹਨਾਂ ਦੀਆਂ ਜਿਹੜੀਆਂ ਗੁੰਝਲਾਂ ਉਹ ਵੱਖਰੀਆਂ ਹੁੰਦੀਆਂ। ਇੱਥੋਂ ਤੱਕ ਕਿ ਜਦੋਂ ਅਸੀਂ ਫਾਲਤੂ ਔਰਤ ਪੜ੍ਹਦੇ ਹਾਂ ਅਜੀਤ ਕੌਰ ਦੀ, ਤਾਂ ਸਾਨੂੰ ਪਤਾ ਲੱਗਦਾ ਕਿ ਇਹ ਗੱਲਾਂ ਪਹਿਲਾਂ ਵੀ ਇਹ ਤਣਾਅ ਰਿਹਾ ਹੀ ਆ ਕਿ ਉਹ ਰਿਸ਼ਤਾ ਭਾਵੇਂ ਨਾਜਾਇਜ਼ ਹੁੰਦਾ ਪਰ ਉਹ ਰਿਸ਼ਤਾ ਉਹਨਾਂ ਦੋਹਾਂ ਲਈ, ਪ੍ਰੇਮੀ ਪ੍ਰੇਮਿਕਾ ਲਈ ਆਪਣੇ ਤਰਕਾਂ 'ਤੇ ਉਹ ਜਾਇਜ਼ ਹੁੰਦਾ। ਤਾਂ ਉਹ ਜਿਹੜਾ ਰਿਸ਼ਤਾ ਹੰਢਾਉਣ ਦੇ ਪਲ ਹੁੰਦੇ ਆ ਉਹਨਾਂ ਦੇ ਵਿੱਚ ਚੋਰੀ ਵੀ ਹੁੰਦੀ ਹੈ, ਉਹਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਸੱਚਾਈ ਵੀ ਹੁੰਦੀ ਆ, ਉਹਦੇ ਵਿੱਚ ਝੂਠ ਵੀ ਹੁੰਦਾ, ਉਹਦੇ ਵਿੱਚ ਕਿਹਾ ਜਾ ਸਕਦਾ ਕਿ ਸਮਾਜ ਦੀਆਂ ਨਜ਼ਰਾਂ ਵਿੱਚ ਗੈਰ ਕਾਨੂੰਨੀ ਵੀ ਹੁੰਦਾ, ਉਹ ਮਨੁੱਖੀ ਰੂਹ ਦੇ ਰਿਸ਼ਤੇ ਦੇ ਵਿੱਚ ਉਹ ਪਾਕ ਅਤੇ ਪਵਿੱਤਰ ਵੀ ਹੁੰਦਾ। ਪਰ ਆਪਣੇ ਆਪ ਦੇ ਵਿੱਚ ਜਿਹੜੀ ਖੁਸ਼ਬੂ ਕਹਿਣਾ ਪ੍ਰੇਮਿਕਾ ਨੂੰ ਆਪਣੇ ਆਪ ਦੇ ਵਿੱਚ ਹੀ ਬੜਾ ਖੂਬਸੂਰਤ ਆ ਅਤੇ ਉਹਦੇ ਵਿੱਚ ਜਿਹੜੇ ਛੋਟੇ ਛੋਟੇ ਅਨੁਭਵ ਹੁੰਦੇ ਆ ਪ੍ਰੇਮੀ ਪ੍ਰੇਮਿਕਾ ਦੇ ਚੋਰੀ ਮਿਲਣ ਦੇ, ਉਹ ਆਪਣੇ ਆਪ ਦੇ ਵਿੱਚ ਸਵੇਰੇ ਆਪੋ ਆਪਣੇ ਰਸਤਿਆਂ ਉੱਪਰ ਨਿਕਲਣਾ ਸੀ, ਮੇਰੇ ਸੀਨੇ ਨੂੰ ਲੱਗ ਕੇ ਰਾਤ ਭਰ ਰੋਂਦੀ ਰਹੀ ਖੁਸ਼ਬੂ, ਕਦੇ ਜਾਇਜ਼ ਨਜਾਇਜ਼ ਦੇ ਫਰਕ ਨੂੰ ਸਮਝ ਨਾ ਪਾਈ, ਇਸੇ ਚੱਕਰ ਵਿਊ ਵਿੱਚ ਉਮਰ ਭਰ ਉਲਝੀ ਰਹੀ ਖੁਸ਼ਬੂ। ਚਲੋ ਇਹ ਪੋਰਸ਼ਨ ਦੇ ਵਿੱਚ ਤੁਸੀਂ ਜਿਹੜੀ ਪ੍ਰੇਮੀ ਪ੍ਰੇਮਿਕਾ ਦੇ ਸੰਬੰਧਾਂ ਨੂੰ ਖੁਸ਼ਬੂ ਦੇ ਨਾਂ ਥੱਲੇ ਮਾਣ ਸਕਦੇ ਹਾਂ, ਖੁਸ਼ਬੂ ਦੇ ਰੂਪ ਵਿੱਚ ਮਾਣ ਸਕਦੇ ਹਾਂ। ਜਿਹੜੀ ਆਖਰੀ ਪਰਤ ਹੈਗੀ ਹੈ, ਜਿਹੜਾ ਆਪਣੇ ਆਪ ਨਾਲ ਸੰਵਾਦ ਆ, ਬਹੁਤ ਹੀ ਮਹੱਤਵਪੂਰਨ ਆ ਅਤੇ ਉਹਦੇ ਵਿੱਚ ਬਹੁਤ ਸਾਰੀਆਂ ਤੁਹਾਨੂੰ ਦਾਰਸ਼ਨਿਕ ਪ੍ਰਤੀਧੁਨੀਆਂ ਸੁਣਾਈ ਦਿੰਦੀਆਂ। ਤੁਹਾਖੀ ਹੋਂਦ ਦੀ ਦਹਲੀਜ਼ 'ਤੇ ਜਗਦਾ ਰਿਹਾ ਹਾਂ ਮੈਂ, ਅਤੇ ਆਪਣੀ ਲੋਹ ਦੇ ਅਸਲੀ ਮਹਿਨੇ ਲੱਭਦਾ ਰਿਹਾ ਹਾਂ ਮੈਂ। ਬੜਾ ਕੁਝ ਫਾਲਤੂ ਸੀ ਮੇਰੇ ਅੰਦਰ ਗੰਧਲਿਆ ਹੋਇਆ, ਤਦੇ ਮੁੜ ਮੁੜ ਕੇ ਆਪਣੇ ਆਪ ਨੂੰ ਪੁਣਦਾ ਰਿਹਾ ਹਾਂ ਮੈਂ। ਜੋ ਬਣਨਾ ਚਾਹਿਆ ਸੀ ਉਹ ਕਦੀ ਵੀ ਬਣ ਨਹੀਂ ਹੋਇਆ, ਅਤੇ ਜੋ ਹਰਗਿਜ਼ ਨਹੀਂ ਚਾਹਿਆ ਸੀ ਉਹ ਬਣਦਾ ਰਿਹਾ ਹਾਂ ਮੈਂ। ਸੱਚਮੁੱਚ ਜਿਹੜਾ ਮਨੁੱਖ ਦੀ ਉਹ ਰੀਝਾਂ ਅਤੇ ਔਕਾਤ ਵਿਚਲੇ ਫਾਸਲੇ ਵਾਲੀ ਗੱਲ ਆ, ਉਹ ਵਾਰ-ਵਾਰ ਸਾਹਮਣੇ ਆਉਂਦੀ ਹੈ। ਮੈਨੂੰ ਆਪਣੇ ਆਪ ਦੇ ਵਿੱਚ ਇਹ ਗਜ਼ਲ ਦਾ ਜਿਹੜਾ ਆਖਰੀ ਸ਼ੇਅਰ ਹੈ ਕਿ ਗਜ਼ਲ ਵਰਗੀ ਮਿਲੀ ਸੀ ਜ਼ਿੰਦਗੀ, ਮੈਂ ਕਾਫੀਆ ਅੱਖਰ ਬਹਿਰ ਵਿੱਚ ਹਰ ਸਮੇਂ ਬੇਚੈਨ ਅਤੇ ਇਕੱਲਾ ਰਿਹਾ ਹਾਂ ਮੈਂ। ਆਪਣੇ ਆਪ ਦੇ ਵਿੱਚ ਮੈਨੂੰ ਇਹ ਜੋਧੇ ਦੀ ਜਿਹੜੀ ਕਿਤਾਬ ਆ, ਜੋਗਿੰਦਰ ਜੋਧੇ ਦੀ ਕਿਤਾਬ ਬੜੀ ਵਧੀਆ ਲੱਗੀ। ਕੋਈ 80 ਕੁ ਪੇਜ ਦੀ ਆ, ਜਿਹਦੇ ਵਿੱਚ ਵੀ ਕੁਝ ਭੂਮਿਕਾ ਦੇ ਅਤੇ ਕੁਝ ਵੱਖਰੇ ਪੰਨੇ ਨੇ, ਪਰ ਜਿੰਨੀਆਂ ਵੀ ਇਹ ਇੱਕੋ ਰਦੀਫ, ਇੱਕੋ ਗਜ਼ਲ ਦੇ ਇੱਕੋ ਬਹਿਰ ਦੀਆਂ ਇਹ ਗਜ਼ਲਾਂ ਨੇ। 6 ਇਹਦੀਆਂ ਪਰਤਾਂ ਨੇ ਜਾਂ 6 ਇਹਦੇ ਭਾਗ ਬਣਾਏ ਨੇ। ਤੁਹਾਨੂੰ ਜ਼ਿੰਦਗੀ ਦਾ ਇੱਕ ਨਵਾਂ ਕਿਸਮ ਦਾ ਇਹ ਅਨੁਭਵ ਦਿੰਦੀ ਹੈਗੀ ਆ, ਨਵੇਂ ਕਿਸਮ ਦਾ ਇਹ ਰੂਪ ਦਿੰਦੀ ਹੈਗੀ ਆ। ਮੈਂ 2-3 ਗੱਲਾਂ ਤੁਹਾਡੇ ਨਾਲ ਹੋਰ ਕਰਨੀਆਂ ਚਾਹੁੰਦਾ। ਇੱਕ ਗੱਲ ਤਾਂ ਮੈਂ ਇਹ ਕਰਨੀ ਚਾਹੁੰਦਾ ਕਿ ਇੱਕ ਗੱਲ ਕਹੀ ਜਾਂਦੀ ਆ ਕਿ ਪੰਜਾਬੀ ਦੇ ਵਿੱਚ ਜਿਹੜੀਆਂ ਸਵੈ ਜੀਵਨੀ ਲਿਖਣ ਦਾ ਰਿਵਾਜ਼ ਬਹੁਤ ਘੱਟ ਆ ਅਤੇ ਕਵਿਤਾ ਦੇ ਵਿੱਚ ਲਿਖਣ ਦਾ ਬਹੁਤ ਰਿਵਾਜ਼ ਘੱਟ ਆ। ਕੁਝ ਪ੍ਰਯੋਗ ਹੋਏ ਜਿਸ ਤਰ੍ਹਾਂ ਜਸਵੰਤ ਸਿੰਘ ਨੇਕੀ ਹੋਰਾਂ ਨੇ ਕੀਤਾ ਸੀ, ਇਸੇ ਤਰ੍ਹਾਂ ਹੀ ਅੱਜ ਕੱਲ੍ਹ ਸੁਖਦੇਵ ਸਿੰਘ ਸਿਰਸਾ ਹੋਰੀ ਦਾਅਵਾ ਕਰਦੇ ਨੇ ਕਿ ਸਾਨੂੰ ਪੀਰੋ ਦੇ ਜਿਹੜਾ ਕਲਾਮ ਆ ਉਹਨੂੰ ਵੀ ਉਹਦੀ ਸਵੈ ਜੀਵਨੀ ਮੰਨਣੀ ਚਾਹੀਦੀ ਹੈ।
ਤੇ ਮੈਂ ਕਹਿਣਾ ਹੈਗਾ ਕਿ ਫਿਰ ਜੋਗਿੰਦਰ ਜੋਧੇ ਦਾ ਜਿਹੜਾ ਇਹ ਗਜ਼ਲ ਸੰਗ੍ਰਹਿ ਆ, ਤਾਂ ਇਸ ਨੂੰ ਵੀ ਫਿਰ ਸਾਨੂੰ ਇਹਨਾਂ ਗਜ਼ਲਾਂ ਨੂੰ ਵੀ ਮੈਂ ਨੂੰ ਵੀ ਸਾਨੂੰ ਜੀਵਨੀ ਮੂਲਕ ਮੰਨ ਲੈਣਾ ਚਾਹੀਦਾ, ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਸ਼ੇਅਰ ਆ ਜਿਹਦੇ ਵਿੱਚੋਂ ਸਾਨੂੰ ਉਹ ਪ੍ਰਤੀਧੁਨੀਆਂ ਮਿਲਦੀਆਂ ਕਿ ਜਿੱਥੇ ਉਹ ਅੰਮੀ ਦੀ, ਬਾਪੂ ਦੀ, ਬੀਵੀ ਦੀ, ਖੁਸ਼ਬੂ ਦੀ ਗੱਲ ਕਰਦਾ ਹੈ, ਮੈਂ ਦੀ ਗੱਲ ਕਰਦਾ ਹੈ, ਤਾਂ ਐਂ ਲੱਗਦਾ ਕਿ ਜਿਵੇਂ ਸਵੈ ਜੀਵਨੀ ਮੂਲਕ ਆ। ਸੱਚਮੁੱਚ ਹੀ ਉਹ ਆਪਣੇ ਅਨੁਭਵਾਂ ਨੂੰ ਕਸ਼ੀਦਦਾ, ਜੋ ਉਸਨੇ ਪੜ੍ਹਿਆ ਅਤੇ ਜੋ ਉਸਨੇ ਜ਼ਿੰਦਗੀ ਵਿੱਚ ਹੰਢਾਇਆ ਉਹਦੇ ਨਾਲ ਫਿਰ ਮੇਲ ਕੇ ਉਹ ਗਜ਼ਲਾਂ ਦੇ ਰੂਪ ਵਿੱਚ ਪੇਸ਼ ਕਰਦਾ ਹੈਗਾ। ਦੂਜੀ ਜਿਹੜੀ ਗੱਲ ਮੈਂ ਇਸ ਸੰਬੰਧੀ ਕਰਨੀ ਚਾਹੁੰਦਾ ਉਹ ਇਹ ਕਰਨੀ ਚਾਹੁੰਦਾ ਕਿ ਜਿਹੜਾ ਦਵੰਦ ਆ ਸ਼ਾਇਦ ਉਹ ਗਜ਼ਲ ਕਾਵਿ ਵਿਧਾ ਦਾ ਇੱਕ ਜ਼ਰੂਰੀ ਅੰਗ ਜਾਂ ਲੱਛਣ ਹੀ ਹੈ, ਜਿਹੜਾ ਦਵੰਦ ਆ। ਮੈਨੂੰ ਲੱਗਦਾ ਹੈ ਕਿ ਜਦੋਂ ਵਿਅਕਤੀ ਬੜਾ ਸਪਸ਼ਟ ਹੋਵੇ, ਇੱਕ ਪਾਸੜ ਹੋਵੇ, ਕਲੀਅਰ ਹੋਵੇ, ਇੱਕੋ ਰਾਹ ਚੱਲਣ ਵਾਲਾ ਹੋਵੇ ਤਾਂ ਪ੍ਰਗੀਤ ਜਨਮ ਲੈਂਦਾ ਹੈ, ਅਤੇ ਜਦੋਂ ਵਿਅਕਤੀ ਇੱਕੋ ਰਾਹ ਚੱਲਣ ਵਾਲਾ ਨਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਫਿਰ ਜੇ ਉਹ ਕਿਸੇ ਦੀ ਕਹਾਣੀ ਕਹਿੰਦਾ ਤਾਂ ਨਿਸ਼ਚੇ ਹੀ ਉਹ ਫਿਰ ਵਰਤਾਂਤ ਬਣ ਜਾਂਦਾ ਹੈ। ਪਰ ਜਦੋਂ ਵਿਅਕਤੀ ਆਪ ਦੀ ਗੱਲ ਕਹਿੰਦਾ, ਗੱਲ ਆਪਣੀ ਕਹਿੰਦਾ, ਪਰ ਇੱਕ ਰਸਤੇ 'ਤੇ ਨਹੀਂ ਚੱਲਦਾ, ਉਹ ਸਾਰੇ ਪਾਸੇ ਦੇਖਦਾ, ਦੋਹਾਂ ਕੋਨਾਂ ਤੋਂ ਦੇਖਦਾ, ਚਾਰਾਂ ਕੋਨਾਂ ਤੋਂ ਦੇਖਦਾ। ਜਦੋਂ ਉਹ ਸਹੀ ਸਿਸਟਮ ਦੇ ਵਿੱਚ ਰੱਖ ਕੇ ਉਹਨੂੰ ਸੰਤੁਲਿਤ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਕੋਸ਼ਿਸ਼ ਕਰਦਾ, ਆਪਣੇ ਆਪ ਨੂੰ ਵਿੱਥ ਤੋਂ ਖੜੋ ਕੇ ਦੇਖਣ ਦੀ ਕੋਸ਼ਿਸ਼ ਕਰਦਾ, ਤਾਂ ਦਵੰਦ ਪੈਦਾ ਹੁੰਦਾ। ਦਵੰਦ ਦੇ ਲਈ ਸ਼ਾਇਦ ਗਜ਼ਲ ਜਿਹੜੀ ਵਿਧਾ ਉਹ ਬਹੁਤ ਵਧੀਆ ਹੈਗੀ ਹੈ। ਮੈਂ ਸਮਝਦਾ ਕਿ ਇਸ ਗਜ਼ਲ ਦੀ ਪੁਸਤਕ ਦੇ ਨਾਲ ਜੋਗਿੰਦਰ ਜੋਧੇ ਨੇ ਇੱਕ ਹੋਰ ਨਵਾਂ ਕਦਮ ਪੁੱਟਿਆ ਹੈਗਾ। ਇਹ ਉਸ ਦੀ ਕਾਵਿ ਯਾਤਰਾ ਦੇ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਹੋਵੇਗਾ। ਮਨੁੱਖੀ ਰਿਸ਼ਤਿਆਂ ਦੀ ਵਿਆਕਰਣ ਨੂੰ ਸਮਝਣ ਲਈ ਇਸ ਗਜ਼ਲ ਦੇ ਸ਼ੇਅਰਾਂ ਦਾ ਤੁਸੀਂ ਆਨੰਦ ਮਾਣ ਸਕਦੇ ਹੋ।